दोस्तों सी टैक पंजाबी ਵਿੱਚ ਤੁਹਾਡਾ ਸਵਾਗਤ। ਮੈਂ ਸੀਪੀ ਕੰਬੋਜ ਤੇ MCQ ਜਿਹੜੇ ਕਿ ਕੰਪਿਊਟਰ ਦੇ ਨਾਲ ਸੰਬੰਧਿਤ ਸਵਾਲ ਜਵਾਬ ਅਸੀਂ ਤੁਹਾਡੇ ਲਈ ਸਿਲਸਿਲਾ ਸ਼ੁਰੂ ਕੀਤਾ ਹੋਇਆ ਉਹਦਾ ਅਸੀਂ 6ਵਾਂ ਪਾਰਟ ਲੈ ਕੇ ਅੱਜ ਹਾਜ਼ਰ ਹੋਏ ਹਾਂ। ਦੋਸਤੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦੇਣਾ, ਜੇ ਤੁਸੀਂ ਨਵੇਂ ਹੋ ਇਸ ਚੈਨਲ ਦੇ ਉੱਤੇ ਤਾਂ ਇਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਚਲਦੇ ਹਾਂ ਦੋਸਤੋ ਪਹਿਲੇ ਸਵਾਲ ਵੱਲ। ਫਸਟ ਕੁਐਸਚਨ ਇਜ਼ The dash is the spreadsheet labeled columns and row। ਦੋਸਤੋ ਇਹਨਾਂ ਦੇ ਵਿੱਚੋਂ ਅਸੀਂ ਦੱਸਣਾ ਹੈ ਕਿ ਕਿਹੜੇ ਪ੍ਰੋਗਰਾਮ ਦੇ ਵਿੱਚ ਸਪਰੈਡਸ਼ੀਟ ਦੀ ਤਰ੍ਹਾਂ ਨਜ਼ਰ ਆਉਂਦਾ ਹੈ ਔਰ ਉਹਦੇ ਵਿੱਚ ਲੇਬਲ ਕੀਤੇ ਹੁੰਦੇ ਨੇ ਕਾਲਮ ਤੇ ਰੋ ਨੂੰ। ਤੁਸੀਂ ਇਸ ਪਿਕਚਰ ਦੇ ਵਿੱਚ ਦੇਖੋ ਜਿਹੜੀ ਮੈਂ ਪੀਲੇ ਕਲਰ ਦੇ ਵਿੱਚ ਬਣਾਈ ਹੈ, ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਦਾਂ ਦਾ ਇੱਕ ਟੇਬਲ ਜਿਹਦੇ ਵਿੱਚ ਕਾਲਮਸ ਨੂੰ ਲੇਬਲ ਕੀਤਾ ਹੁੰਦਾ ਹੈ ABC ਦੇ ਨਾਲ ਔਰ ਰੋਜ਼ ਨੂੰ ਲੇਬਲ ਕੀਤਾ ਹੁੰਦਾ ਹੈ 1 2 3 ਦੇ ਨਾਲ। ਔਰ ਜਿੱਥੇ ਇੱਕ ਕਾਲਮ ਤੇ ਰੋ ਕੱਟ ਜਾਂਦੇ ਨੇ, ਇੰਟਰਸੈਕਟ ਕਰਦੇ ਨੇ, ਉਸ ਨੂੰ ਅਸੀਂ ਸੈੱਲ ਕਹਿੰਦੇ ਆ ਅਤੇ ਉਸ ਸੈੱਲ ਦਾ ਆਪਣਾ ਇੱਕ ਐਡਰੈਸ ਹੁੰਦਾ ਹੈ, ਜਿਵੇਂ ਕਿ ਇਸ ਸੈੱਲ ਦਾ ਐਡਰੈਸ ਹੈ B2। ਸੋ ਇਹ ਜਿਹੜਾ ਆਨਸਰ ਹੈ ਇਸ ਕੁਐਸਚਨ ਦਾ ਸਿੱਧਾ ਸਾਨੂੰ ਪਤਾ ਲੱਗ ਰਿਹਾ ਹੈ ਕਿ B ਆਨਸਰ ਹੈ ਵਰਕਸ਼ੀਟ। ਬਾਕੀ ਜਿਹੜੀਆਂ ਆਪਸ਼ਨ ਨੇ ਉਹਦੇ ਬਾਰੇ ਵੀ ਜਾਣ ਲੈਂਦੇ ਹਾਂ। ਟੂਲ ਬਾਰ ਦਾ ਨਾਮ ਤੁਸੀਂ ਸੁਣਿਆ ਹੋਣਾ ਹੈ ਕਿ ਕੰਪਿਊਟਰ ਦੇ ਟਾਈਟਲ ਬਾਰ ਦੇ ਹੇਠਾਂ ਆਮ ਤੌਰ 'ਤੇ ਇੱਕ ਲੰਬੀ ਬਾਰ ਹੁੰਦੀ ਹੈ ਜਿਹਦੇ ਉੱਤੇ ਕਮਾਂਡਸ ਦੇ ਬਟਨ ਲੱਗੇ ਹੁੰਦੇ ਨੇ। ਸੋ ਬਟਨਾਂ ਵਾਲਾ ਜਿਹੜੀ ਬਾਰ ਹੈ ਉਸ ਨੂੰ ਅਸੀਂ ਟੂਲ ਬਾਰ ਕਹਿੰਦੇ ਹਾਂ। ਕਲਿੱਪ ਬੋਰਡ ਕੰਪਿਊਟਰ ਦੀ ਮੈਮਰੀ ਹੈ, ਮੈਮਰੀ। ਸੋ ਕੰਪਿਊਟਰ ਦੀ ਇੱਕ ਐਸੀ ਮੈਮਰੀ ਹੈ ਜਿਹਦੇ ਵਿੱਚ ਅਸੀਂ ਜਦੋਂ ਕਾਪੀ ਕਰਦੇ ਹਾਂ ਜਾਂ ਕੱਟ ਕਰਦੇ ਹਾਂ ਤਾਂ ਉਸ ਮੈਮਰੀ ਦੇ ਵਿੱਚ ਜਿਹੜਾ ਡਾਟਾ ਹੈ ਉਹ ਜਾ ਕੇ ਸੇਵ ਹੋ ਜਾਂਦਾ, ਟੈਂਪਰੇਰੀ ਸਟੋਰ ਹੋ ਜਾਂਦਾ। ਸੋ ਕਲਿੱਪ ਬੋਰਡ ਐਸੀ ਮੈਮਰੀ ਹੈ। ਕਲਿੱਪ ਬੋਰਡ ਨੂੰ ਤੁਸੀਂ ਇਸ ਤਰ੍ਹਾਂ ਸਮਝ ਲਓ ਕਿ ਚੁੰਡੀ ਵਾਲਾ ਫੁੱਟਾ ਜਿਹਦੇ ਐਗਜ਼ਾਮ ਦੇਣ ਦੇ ਲਈ ਤੁਸੀਂ ਜਾਂਦੇ ਹੋ। ਸੋ ਕੱਟ ਕਾਪੀ ਕੀਤਾ ਹੋਇਆ ਮੈਟਰ ਇੱਥੇ ਜਾ ਕੇ ਚਿਪਕ ਜਾਂਦਾ। ਜਦੋਂ ਵੀ ਕੰਟਰੋਲ V ਆਪਸ਼ਨ ਲੈਂਦੇ ਹੋ ਜਾਂ ਪੇਸਟ ਲੈਂਦੇ ਹੋ ਤਾਂ ਉਸ ਥਾਂ 'ਤੇ ਵਾਪਸ ਜਿਹੜਾ ਹੈ ਉਹ ਪੇਸਟ ਹੋ ਜਾਂਦਾ ਅਤੇ ਕਲਿੱਪ ਬੋਰਡ ਖਾਲੀ ਹੋ ਜਾਂਦਾ। ਚੌਥੀ ਆਪਸ਼ਨ ਹੈ ਦੋਸਤੋ ਡਾਇਲੋਗ ਬਾਕਸ। ਜਦੋਂ ਵੀ ਕੰਪਿਊਟਰ ਨੇ ਤੁਹਾਡੇ ਕੋਲ ਕੁਝ ਪੁੱਛਣਾ ਹੋਵੇ, ਤੁਹਾਡੇ ਨਾਲ ਡਾਇਲੋਗ ਕਰਨਾ ਹੋਵੇ, ਤੁਹਾਡੇ ਨਾਲ ਸੰਵਾਦ ਰਚਾਉਣਾ ਹੋਵੇ ਅਤੇ ਇੱਕ ਬਕਸਾ ਖੋਲ੍ਹਦਾ ਹੈ, ਉਸ ਬਕਸੇ ਨੂੰ ਅਸੀਂ ਡਾਇਲੋਗ ਬਾਕਸ ਦਾ ਨਾਮ ਦਿੰਦੇ ਹਾਂ। ਲਓ ਚੱਲਦੇ ਹਾਂ ਦੋਸਤੋ ਦੂਜੇ ਸਵਾਲ ਵੱਲ। ਸਵਾਲ ਨੰਬਰ 2, ਕੰਪਰੈਸ਼ਨ ਟੂਲ ਕੰਪਰੈਸਿਸ ਡਾਟਾ ਔਨ। ਸੋ ਅਸੀਂ ਇਹ ਦੱਸਣਾ ਹੈ ਕਿ ਜਿਹੜਾ ਕੰਪਰੈਸ਼ਨ ਟੂਲ ਹੈ ਉਹ ਕਿਹੜਾ ਡਾਟਾ ਕੰਪਰੈਸ ਕਰਦਾ ਹੈ। ਸੋ ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਕੰਪਰੈਸ਼ਨ ਜਾਂ ਕੰਪਰੈਸ ਦਾ ਮਤਲਬ ਕੀ ਹੈ। ਦੋਸਤੋ ਜਦੋਂ ਅਸੀਂ ਕੁਝ ਫਾਈਲਾਂ ਬਣਾ ਲੈਂਦੇ ਹਾਂ, ਉਹਨਾਂ ਦਾ ਸਾਈਜ਼ ਜਿਹੜਾ ਹੈ ਬਹੁਤ ਵੱਡਾ ਹੁੰਦਾ, ਉਹਨਾਂ ਨੂੰ ਅਸੀਂ ਕੰਪਰੈਸ ਕਰਤੇ ਇੰਟਰਨੈਟ ਦੇ ਉੱਤੇ, ਨੈੱਟ ਦੇ ਉੱਤੇ ਪਾਉਂਦੇ ਹਾਂ ਤਾਂ ਜੋ ਉਹਨਾਂ ਦਾ ਸਾਈਜ਼ ਜਿਹੜਾ ਹੈ ਉਹ ਘੱਟ ਜਾਵੇ, ਸਾਈਜ਼ ਛੋਟਾ ਹੋ ਜਾਵੇ। ਸੋ ਇਸ ਪਰਪਸ ਦੇ ਲਈ ਕੰਪਰੈਸ਼ਨ ਟੂਲ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਯਾਦ ਰੱਖਣਾ ਕੰਪਰੈਸ਼ਨ ਟੂਲ ਜਿਹੜਾ ਡਾਟਾ ਹਾਰਡ ਡਰਾਈਵ ਦੇ ਉੱਤੇ ਪਿਆ ਉਸ ਡਾਟੇ ਦੇ ਉੱਤੇ ਵਰਤਿਆ ਜਾਂਦਾ ਜਾਂ ਫਲੋਪੀ ਡਿਸਕ ਦੇ ਉੱਤੇ ਵਰਤਿਆ ਜਾਂਦਾ। ਯਾਨੀ ਕਿ ਆਨਸਰ ਹੋਏਗਾ ਬੋਥ B ਐਂਡ C। ਮੈਮਰੀ ਯਾਨੀ ਕਿ ਰੈਮ ਦੇ ਉੱਤੇ ਕੰਪਰੈਸ਼ਨ ਟੂਲ ਦੀ ਅਸੀਂ ਉਪਯੋਗ ਨਹੀਂ ਕਰ ਸਕਦੇ। ਸਵਾਲ ਨੰਬਰ 3, ਲੈਂਗੁਏਜ ਵਿਚ ਕੈਨ ਈਜ਼ਲੀ ਇੰਟਰੈਕਟ ਵਿਦ ਹਾਰਡਵੇਅਰ ਆਰ। ਸੋ ਉਹ ਲੈਂਗੁਏਜ ਜਿਹੜੀ ਸਾਡੇ ਕੰਪਿਊਟਰ ਦੇ ਨਾਲ ਸਿੱਧਾ ਹੀ ਸੰਬੰਧ ਬਣਾ ਸਕਦੀ ਹੈ, ਕੰਪਿਊਟਰ ਨੂੰ ਸਿੱਧਾ ਇੰਟਰੈਕਟ ਕਰ ਸਕਦੀ ਹੈ, ਉਹ ਲੈਂਗੁਏਜ ਹੈ ਜੀ 0 ਅਤੇ 1 ਦੀ। ਔਰ 0 1 ਵਾਲੀ ਲੈਂਗੁਏਜ ਨੂੰ ਅਸੀਂ ਕਹਿੰਦੇ ਹਾਂ ਬਾਈਨਰੀ। ਔਰ ਇਸੇ ਲੈਂਗੁਏਜ ਦਾ ਦੂਸਰਾ ਨਾਮ ਹੈ ਲੋ ਲੈਵਲ ਲੈਂਗੁਏਜ, ਜਿਹੜੀ ਕਿ ਮਸ਼ੀਨ ਦੇ ਨੇੜੇ ਹੁੰਦੀ ਹੈ, ਕੰਪਿਊਟਰ ਦੇ ਨੇੜੇ ਹੁੰਦੀ ਹੈ। ਸੋ ਇਹਦਾ ਆਨਸਰ ਹੈ ਲੋ ਲੈਵਲ ਲੈਂਗੁਏਜ। ਜਿਹੜੀ ਸਾਡੇ ਕੋਲ ਹਾਈ ਲੈਵਲ ਲੈਂਗੁਏਜ ਜਾਂ ਮਿਡਲ ਲੈਵਲ ਲੈਂਗੁਏਜ ਨੇ ਦੋਸਤੋ, ਉਹਨਾਂ ਦੇ ਵਿੱਚ C++, ਜਾਵਾ, ਇੱਦਾਂ ਦੀਆਂ ਲੈਂਗੁਏਜ ਜਿਹੜੀਆਂ ਪਾਈਥਨ, ਇਹ ਸਾਰੀਆਂ ਹਾਈ ਲੈਵਲ ਲੈਂਗੁਏਜ ਦੇ ਵਿੱਚ ਆ ਜਾਂਦੀਆਂ ਨੇ। ਸੋ ਸਾਡੇ ਕੋਲ ਆਨਸਰ ਇਜ਼ C। ਚੌਥਾ ਸਵਾਲ ਬਹੁਤ ਇੰਟਰਸਟਿੰਗ ਹੈ। ਅਸਕਾਈ ਕੋਡ ਆਰ ਕੋਲੈਕਸ਼ਨ ਆਫ ਬਿਟਸ, ਯਾਨੀ ਕਿ ਅਸਕਾਈ ਕੋਡ ਕਿੰਨੀਆਂ ਬਿਟਸ ਦੀ ਕੋਲੈਕਸ਼ਨ ਹੁੰਦਾ ਹੈ।
ਸੋ ਪਹਿਲਾਂ ਅਸੀਂ ਜਾਣਦੇ ਹਾਂ ਅਸਕਾਈ ਹੈ ਕੀ। ਦੋਸਤੋ ਅੰਗਰੇਜ਼ੀ ਭਾਸ਼ਾ ਨੂੰ ਕੰਪਿਊਟਰ ਦੇ ਵਿੱਚ ਲਿਖਣ ਦੇ ਲਈ ਕੋਡ ਬਣਾਇਆ ਗਿਆ ਸੀਗਾ, 8 ਬਿਟ ਕੋਡ ਸੀਗਾ, ਔਰ ਇਹਦਾ ਪੂਰਾ ਨਾਮ ਹੈ ਅਮਰੀਕਨ ਸਟੈਂਡਰਡ ਕੋਡ ਫਾਰ ਇਨਫੋਰਮੇਸ਼ਨ ਇੰਟਰਚੇਂਜ। ਸੋ 2 ਦੀ ਸ਼ਕਤੀ 8 ਯਾਨੀ ਕਿ 2 ਨੂੰ 8 ਵਾਰ ਮਲਟੀਪਲਾਈ ਕਰਾਂਗੇ ਤਾਂ 256। ਸੋ ਅੰਗਰੇਜ਼ੀ ਦੇ 256 ਅੱਖਰ, ਕਰੈਕਟਰ, ਸਿੰਬਲਸ, ਨੰਬਰਸ ਇਹਦੇ ਵਿੱਚ ਸਮਾ ਸਕਦੇ ਨੇ। ਪਰ ਜਦੋਂ ਬਾਕੀ ਭਾਸ਼ਾਵਾਂ ਦੀ ਗੱਲ ਆਉਂਦੀ ਹੈ ਤਾਂ ਉਹਦੇ ਲਈ 1991 ਦੇ ਵਿੱਚ ਇੱਕ ਨਵਾਂ ਕੋਡ ਬਣਾਇਆ ਗਿਆ, ਜਿਹੜਾ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਸਮੇਤ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਦੇ ਲਈ ਬਣਾਇਆ ਗਿਆ। ਇਸ ਕੋਡ ਨੂੰ ਅਸੀਂ 16 ਬਿਟ ਕੋਡ ਕਹਿੰਦੇ ਆ, ਔਰ ਜੇ ਅਸੀਂ 2 ਦੀ ਪਾਵਰ 16 ਕਰਾਂਗੇ ਤਾਂ ਸਾਡੇ ਕੋਲ 65,536 ਅੱਖਰ ਬਣ ਜਾਣਗੇ। ਇੰਨੇ ਅੱਖਰਾਂ ਨੂੰ ਇਹਦੇ ਵਿੱਚ ਸਮਾਇਆ ਜਾ ਸਕਦਾ, ਯਾਨੀ ਕਿ ਪੰਜਾਬੀ ਦੇ ਲਈ, ਹਿੰਦੀ ਦੇ ਲਈ, ਕੰਨੜ ਦੇ ਲਈ, ਤੇਲਗੂ ਦੇ ਲਈ, ਅਰਬੀ ਦੇ ਲਈ, ਚਾਈਨੀਜ਼ ਦੇ ਲਈ ਜਿਹੜਾ ਕੋਡ ਵਰਤਿਆ ਜਾਂਦਾ ਉਹ ਅਸਕਾਈ ਨਹੀਂ ਹੁੰਦਾ, ਉਹ ਯੂਨੀਕੋਡ ਹੁੰਦਾ। ਸੋ ਅਸਕਾਈ ਕੋਡ ਕਿੰਨੀਆਂ ਬਿਟਸ ਦਾ ਕਲੈਕਸ਼ਨ ਹੈ ਤੇ ਆਨਸਰ ਇਜ਼ 8 ਬਿਟਸ। ਪੰਜਵਾਂ ਸਵਾਲ ਹੈ, protocol is used to provide internet access from mobile। ਸੋ ਸਾਨੂੰ ਪਤਾ ਹੈ ਕਿ ਪ੍ਰੋਟੋਕੋਲ ਕੁਝ ਨਿਯਮ ਹੁੰਦੇ ਨੇ, ਔਰ ਉਹ ਨਿਯਮ PC ਵਾਸਤੇ ਵੀ ਵਰਤੇ ਜਾਂਦੇ ਨੇ ਔਰ ਮੋਬਾਈਲ ਵਾਸਤੇ ਵੀ ਵਰਤੇ ਜਾਂਦੇ ਨੇ। ਇੰਟਰਨੈਟ ਵਾਸਤੇ ਅਸੀਂ ਜਿਹੜੇ ਉਹ ਪ੍ਰੋਟੋਕੋਲ ਨੇ ਉਹਨਾਂ ਦੀ ਵਰਤੋਂ ਵੀ ਕਰਦੇ ਆ। ਸੋ ਜਿਹੜਾ ਮੋਬਾਈਲ ਦੇ ਲਈ ਪ੍ਰੋਟੋਕੋਲ ਵਰਤਿਆ ਜਾਂਦਾ ਉਸ ਨੂੰ ਅਸੀਂ ਵੈਪ ਕਹਿੰਦੇ ਆ। ਦੋਸਤੋ ਵਾਈਪ ਦਾ ਪੂਰਾ ਨਾਮ ਹੈ ਵਾਇਰਲੈਸ ਐਪਲੀਕੇਸ਼ਨ ਪ੍ਰੋਟੋਕੋਲ। ਸੋ ਇਹ ਨਾਮ ਯਾਦ ਰੱਖਣਾ, ਜਿਹੜਾ ਕਿ ਸਪੈਸ਼ਲ ਮੋਬਾਈਲ ਫੋਨ ਦੇ ਲਈ ਵਰਤਿਆ ਜਾਂਦਾ ਹੈ। ਬਾਕੀ ਕੰਪਿਊਟਰਾਂ ਦੇ ਉੱਤੇ ਜਾਂ ਇੰਟਰਨੈਟ ਦੇ ਉੱਤੇ ਅਸੀਂ ਜਿਹੜੇ ਪ੍ਰੋਟੋਕੋਲ ਵਰਤਦੇ ਹਾਂ ਉਹਨਾਂ ਦੇ ਵਿੱਚੋਂ C ਆਪਸ਼ਨ ਹੈ TCP IP, ਯਾਨੀ ਕਿ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ, ਔਰ IP ਦਾ ਪੂਰਾ ਨਾਮ ਹੈ ਇੰਟਰਨੈਟ ਪ੍ਰੋਟੋਕੋਲ। ਇਸੇ ਤਰ੍ਹਾਂ ਦੋਸਤੋ ਅਗਲਾ ਪ੍ਰੋਟੋਕੋਲ ਜਿਹੜਾ ਇੰਟਰਨੈਟ ਦੇ ਉੱਤੇ ਵਰਤਿਆ ਜਾਂਦਾ ਜਿਹਨੂੰ ਅਸੀਂ HTTP ਕਹਿੰਦੇ ਆ, ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ। ਜੇ ਇਹਦੇ ਨਾਲ S ਲੱਗਿਆ ਹੋਵੇ ਤਾਂ ਇਸ ਨੂੰ ਅਸੀਂ ਸਿਕਿਉਰ ਪ੍ਰੋਟੋਕੋਲ ਕਹਿੰਦੇ ਆ। ਯਾਦ ਰੱਖਣਾ, ਜਦੋਂ ਬੈਂਕ ਦੇ ਉੱਤੇ ਕੰਮ ਕਰ ਰਹੇ ਹੋ, ਨੈੱਟ ਬੈਂਕਿੰਗ 'ਤੇ ਕੰਮ ਕਰ ਰਹੇ ਹੋ ਤਾਂ HTTPS ਲੱਗਿਆ ਹੋਣਾ ਬਹੁਤ ਲਾਜ਼ਮੀ ਹੈ। ਫਿਲਹਾਲ ਇਸ ਸਵਾਲ ਦਾ ਜਵਾਬ ਹੈ ਵੈਪ। ਸਵਾਲ ਨੰਬਰ 6 ਹੈ, ਵਿਚ ਆਫ ਦ ਫੋਲੋਇੰਗ ਇਜ਼ ਰੋਂਗ ਫਾਰ ਦ ਫੋਰਟਰਨ। ਦੇਖੋ ਫੋਰਟਰਨ ਜਿਹੜੀ ਹੈ ਲੈਂਗੁਏਜ ਹੈ, ਹਾਈ ਲੈਵਲ ਲੈਂਗੁਏਜ ਹੈ, C++, ਜਾਵਾ, HTML ਔਰ ਸਾਡੇ ਕੋਲ ਜਿਹੜੀ ਪਾਈਥਨ ਹੈ, ਇਸ ਤਰ੍ਹਾਂ ਦੀ ਲੈਂਗੁਏਜ ਹੈ। ਇਹਦੇ ਵਿੱਚ ਕਿਹੜਾ ਪੁਆਇੰਟ ਸਾਡੇ ਕੋਲ ਕਰੈਕਟ ਹੈ ਜਿਹੜਾ ਕਿ ਫੋਰਟਰਨ ਦੇ ਨਾਲ ਰਿਲੇਟਿਡ ਨਹੀਂ ਹੈ? ਉਹ ਫਸਟ ਪੁਆਇੰਟ ਹੈ, ਕਿਉਂਕਿ ਇਹ ਕਹਿ ਰਿਹਾ ਕਿ ਓਲਡੈਸਟ ਹਾਈ ਲੈਵਲ ਲੈਂਗੁਏਜ ਹੈ। ਇਹ ਤਾਂ ਮੰਨਦੇ ਹਾਂ ਕਿ ਫੋਰਟਰਨ ਹਾਈ ਲੈਵਲ ਲੈਂਗੁਏਜ ਹੈ, ਪਰ ਇਹ ਪੁਰਾਣੀ ਨਹੀਂ ਹੈ, ਅੱਜ ਵੀ ਫੋਰਟਰਨ ਲੈਂਗੁਏਜ ਦੀ ਵਰਤੋਂ ਕੀਤੀ ਜਾ ਰਹੀ ਹੈ। ਬਾਕੀ ਆਪਸ਼ਨ ਸਾਰੀਆਂ ਸਹੀ ਨੇ। B ਆਪਸ਼ਨ ਵੀ ਮੈਂ ਪੜ੍ਹ ਦਿੰਦਾ। ਇਹਦੇ 'ਚ ਲਿਖਿਆ ਹੈ ਕਿ ਇਟ ਇਜ਼ ਡਿਵੈਲਪਡ ਫਾਰ ਦਾ ਸਾਇੰਟੀਫਿਕ ਐਂਡ ਮੈਥਮੈਟੀਕਲ ਐਪਲੀਕੇਸ਼ਨ। ਸੋ ਸਾਇੰਸ ਅਤੇ ਮੈਥ ਦੇ ਕੰਮਾਂ ਦੇ ਵਾਸਤੇ ਵਰਤਿਆ ਜਾਂਦਾ ਹੈ। ਜਰਨਲ ਪਰਪਜ਼ ਲੈਂਗੁਏਜ ਹੈ ਔਰ ਪ੍ਰੋਬਲਮ ਓਰੀਐਂਟਿਡ ਹੈ। ਸਿੱਧੀ ਪ੍ਰੋਬਲਮ ਕੋਈ ਸੋਲਵ ਕਰਨੀ ਹੈ ਤਾਂ ਤੁਸੀਂ ਫੋਰਟਰਨ ਦੀ ਵਰਤੋਂ ਕਰ ਸਕਦੇ ਹੋ। ਸਵਾਲ ਨੰਬਰ 7 ਵੱਲ ਚੱਲਦੇ ਹਾਂ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਵਨ ਆਫ ਦ ਪ੍ਰੋਸੈਸ ਦੈਟ ਇਜ਼ ਹਾਈ ਲੈਂਗੁਏਜ ਪ੍ਰੋਗਰਾਮ ਨਾਟ ਨੀਡਡ ਫਾਰ ਐਗਜ਼ੀਕਿਊਸ਼ਨ ਆਫ ਪ੍ਰੋਗਰਾਮ। ਸੋ ਸਵਾਲ ਦਾ ਅਰਥ ਪਹਿਲਾਂ ਸਮਝ ਲੈਂਦੇ ਹਾਂ, ਸਟੇਟਮੈਂਟ ਲੰਬੀ ਹੈ। ਕਹਿੰਦਾ ਇਹਨਾਂ ਦੇ ਵਿੱਚੋਂ ਜਿਹੜੇ ਥੱਲੇ 4 ਆਪਸ਼ਨ ਦਿੱਤੀਆਂ ਹੋਈਆਂ ਨੇ, ਕਿਹੜੀ ਇੱਕ ਆਪਸ਼ਨ ਐਸੀ ਹੈ ਜਿਹੜੀ ਕਿ ਐਗਜ਼ੀਕਿਊਸ਼ਨ ਆਫ ਪ੍ਰੋਗਰਾਮ, ਯਾਨੀ ਕਿ ਕੋਈ ਪ੍ਰੋਗਰਾਮ ਨੂੰ ਐਗਜ਼ੀਕਿਊਟ ਕਰਨਾ ਉਹਦੇ ਲਈ ਨਹੀਂ ਵਰਤੀ ਜਾਂਦੀ? ਕਿਹੜੀ ਆਪਸ਼ਨ ਜਿਹੜੀ ਪ੍ਰੋਗਰਾਮ ਨੂੰ ਰਨ ਕਰਨ ਦੇ ਲਈ, ਐਗਜ਼ੀਕਿਊਟ ਕਰਨ ਦੇ ਲਈ ਨਹੀਂ ਵਰਤੀ ਜਾਂਦੀ? ਸੋ ਉਹਦੇ ਲਈ ਸਾਡੇ ਕੋਲ ਆਪਸ਼ਨ C ਜਿਹੜੀ ਹੈ ਉਹ ਐਸੀ ਆਪਸ਼ਨ ਹੈ ਜਿਹਦੀ ਵਰਤੋਂ ਐਗਜ਼ੀਕਿਊਸ਼ਨ ਵਾਸਤੇ ਨਹੀਂ ਕਰਦੇ। ਟਰਾਂਸਲੇਸ਼ਨ ਦਾ ਮਤਲਬ ਹੈ ਕਿ ਤੁਸੀਂ ਕੋਈ ਸ਼ਬਦ ਲਿਖਿਆ, ਉਹਦਾ ਤਰਜਮਾ ਕਿਸੇ ਹੋਰ ਭਾਸ਼ਾ ਦੇ ਵਿੱਚ ਕਰ ਦਿੱਤਾ, ਜਿਵੇਂ ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚ ਮੈਂ ਕਰ ਦਿੱਤਾ। ਸੋ ਇਹਦਾ ਕੰਮ ਐਗਜ਼ੀਕਿਊਸ਼ਨ ਦੇ ਵਿੱਚ ਲੋੜ ਨਹੀਂ ਪੈਂਦੀ। ਪਰ ਇੰਟਰਪ੍ਰੇਟਰ ਅਤੇ ਕੰਪਾਈਲਰ ਇਹਨਾਂ ਦੋਨਾਂ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ। ਇੰਟਰਪ੍ਰੇਟਰ ਇਹ ਸਾਡੇ ਕੋਲ ਕੰਪਾਈਲਰ ਹੈ। ਸੋ ਦੋਨਾਂ ਦੀ ਵਰਤੋਂ ਹਾਈ ਲੈਵਲ ਲੈਂਗੁਏਜ ਨੂੰ
ਲੋ ਲੈਵਲ ਲੈਂਗੁਏਜ ਯਾਨੀ ਕਿ 0-1 ਵਾਲੀ ਲੈਂਗੁਏਜ ਦੇ ਵਿੱਚ ਕਨਵਰਟ ਕਰਨ ਦੇ ਲਈ ਕੀਤੀ ਜਾਂਦੀ ਹੈ। ਇੰਟਰਪ੍ਰੇਟਰ ਜਿਹੜਾ ਹੈ ਉਹ ਲਾਈਨ ਬਾਏ ਲਾਈਨ ਪ੍ਰੋਗਰਾਮ ਨੂੰ ਇੰਟਰਪ੍ਰੇਟ ਕਰਦਾ ਹੈ, ਯਾਨੀ ਕਿ ਲੋ ਲੈਂਗੁਏਜ ਵਿੱਚ ਲਿਖਦਾ ਹੈ। ਪਰ ਕੰਪਾਈਲਰ ਜਿਹੜਾ ਹੈ ਕੰਪਲੀਟ ਕੋਡ ਨੂੰ 0-1 ਵਾਲੀ ਜਿਹੜੀ ਲੋ ਲੈਵਲ ਲੈਂਗੁਏਜ ਹੈ ਉਹਦੇ ਵਿੱਚ ਕਨਵਰਟ ਕਰਦਾ ਹੈ। ਸਿਰਫ ਫਰਕ ਇੰਨਾ, ਦੋਨੇ ਹੀ ਹਾਈ ਲੈਵਲ ਲੈਂਗੁਏਜ ਨੂੰ ਲੋ ਲੈਵਲ ਲੈਂਗੁਏਜ ਦੇ ਵਿੱਚ ਵਰਤਦੇ ਨੇ, ਔਰ ਇਸ ਕਰਕੇ ਇਹਨਾਂ ਨੂੰ ਅਸੀਂ ਲੈਂਗੁਏਜ ਟਰਾਂਸਲੇਟਰ ਕਹਿੰਦੇ ਆ। ਲੈਂਗੁਏਜ ਟਰਾਂਸਲੇਟਰ ਦੋਨਾਂ ਨੂੰ ਲੈਂਗੁਏਜ ਟਰਾਂਸਲੇਟਰ ਕਹਿੰਦੇ ਆ। ਔਰ ਲਿੰਕਿੰਗ ਦਾ ਮਤਲਬ ਹੁੰਦਾ ਹੈ ਕਿ ਪ੍ਰੋਗਰਾਮ ਦੇ ਕੋਡ ਜਦੋਂ ਕਾਫੀ ਜ਼ਿਆਦਾ ਹੋਣ ਤਾਂ ਉਹ ਪ੍ਰੋਗਰਾਮਾਂ ਦੇ ਜਿਹੜੇ ਕੋਡਾਂ ਦੇ ਟੁਕੜੇ ਨੇ ਉਹਨਾਂ ਨੂੰ ਆਪਸ ਵਿੱਚ ਜੋੜਨ ਦੇ ਲਈ ਲਿੰਕਰ ਦਾ ਇਸਤੇਮਾਲ ਹੁੰਦਾ ਹੈ, ਲਿੰਕਰ ਦਾ। ਸੋ ਤੁਸੀਂ ਸਮਝ ਗਏ ਹੋਣੇ ਕਿ ਚਾਰੇ ਆਪਸ਼ਨਾਂ ਦਾ ਮਤਲਬ ਕੀ ਹੈ। ਸਵਾਲ ਨੰਬਰ 8, ਦਾ WinZip is program to dash large files into a small files। ਸੋ WinZip ਜਿਹੜਾ ਕਿ ਇੱਕ ਪ੍ਰੋਗਰਾਮ ਹੈ, WinZip ਪ੍ਰੋਗਰਾਮ ਦਾ ਨਾਮ ਹੈ। ਇਸ ਦਾ ਕੰਮ ਹੈ ਕੰਪਰੈਸ ਕਰਨਾ। ਕੋਈ ਫਾਈਲ ਹੈ ਤੁਹਾਡੇ ਕੋਲੇ ਜਾਂ ਕੋਈ ਫਾਈਲਾਂ ਤੋਂ ਬਣਿਆ ਹੋਇਆ ਫੋਲਡਰ ਹੈ, ਉਹਨੂੰ ਤੁਸੀਂ ਕੰਪਰੈਸ ਕਰਕੇ ਯਾਨੀ ਕਿ ਉਹਦਾ ਸਾਈਜ਼ ਜਿਹੜਾ ਹੈ, ਆਕਾਰ ਜਿਹੜਾ ਹੈ ਉਹ ਘਟਾ ਕੇ ਪੈਨ ਡਰਾਈਵ ਵਿੱਚ ਪਾਉਣਾ ਹੈ ਜਾਂ ਇੰਟਰਨੈਟ ਦੇ ਵਿੱਚ ਪਾਉਣਾ ਹੈ ਤਾਂ ਤੁਸੀਂ ਕੰਪਰੈਸ ਕਰਦੇ ਹੋ। ਸੋ ਇਹ ਆਨਸਰ ਜਿਹੜੀ ਹੈ, ਇਹ ਆਨਸਰ ਕਰੈਕਟ ਹੈ। ਇਨਕਰਪਟ ਦਾ ਮਤਲਬ ਹੁੰਦਾ ਹੈ ਕਿ ਉਸ ਮੈਸੇਜ ਦੀ ਜਿਹੜਾ ਅਸੀਂ ਟਰਾਂਸਮਿਟ ਕਰ ਰਹੇ ਹਾਂ ਉਹਦੀ ਇਸ ਤਰੀਕੇ ਨਾਲ ਕੋਡਿੰਗ ਕਰ ਦੇਣੀ ਤਾਂ ਜੋ ਰਸਤੇ ਦੇ ਵਿੱਚ ਉਸ ਨੂੰ ਕੋਈ ਪਕੜ ਨਾ ਸਕੇ, ਪੜ੍ਹ ਨਾ ਸਕੇ। ਇਨਕੋਡਿੰਗ ਦਾ ਮਤਲਬ ਵੀ ਇਹੀ ਹੁੰਦਾ ਹੈ ਕਿ ਕੋਈ ਕੋਡ ਕਰਕੇ ਉਸ ਨੂੰ ਮੈਸੇਜ ਨੂੰ ਭੇਜਣਾ, ਡਾਇਰੈਕਟ ਭੇਜਣ ਦੀ ਬਜਾਏ ਕੋਡਿੰਗ ਕਰ ਦੇਣੀ ਤਾਂ ਜੋ ਉਹ ਮੈਸੇਜ ਕੋਈ ਅਨਆਥੋਰਾਈਜ਼ਡ ਪਰਸਨ ਉਸ ਨੂੰ ਨਾ ਪੜ੍ਹ ਸਕੇ। ਟਰਾਂਸਮਿਟਰ ਦਾ ਮਤਲਬ ਹੁੰਦਾ ਹੈ ਕਿ ਜਦੋਂ ਅਸੀਂ ਕੋਈ ਸਿਗਨਲ ਛੱਡਦੇ ਹਾਂ ਉਸ ਨੂੰ ਟਰਾਂਸਮਿਟ ਕਹਿੰਦੇ ਨੇ। ਸੋ ਸਾਡੇ ਕੋਲ 8ਵਾਂ ਸਵਾਲ ਦਾ ਮੈਨੂੰ ਪੂਰਾ ਉਮੀਦ ਹੈ ਕਿ ਸਾਰੀਆਂ ਆਪਸ਼ਨ ਤੁਹਾਨੂੰ ਕਲੀਅਰ ਹੋ ਗਈਆਂ ਹੋਣਗੀਆਂ। ਸਵਾਲ ਨੰਬਰ 9 ਤੇ ਚੱਲਦੇ ਹਾਂ। collection of data stored in one unit identified by file name is। ਕਹਿੰਦਾ ਹੈ ਡਾਟੇ ਜਿਹੜਾ ਸਟੋਰ ਕਰਦੇ ਆ ਇੱਕ ਯੂਨਿਟ ਦੇ ਵਿੱਚ ਔਰ ਉਹਦਾ ਇੱਕ ਫਾਈਲ ਨਾਮ ਵੀ ਹੁੰਦਾ ਹੈ, ਤਾਂ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਸਹੀ ਹੈ? ਉਹਦੇ ਵਿੱਚ ਫਾਈਲ ਬਿਲਕੁਲ ਸਹੀ ਹੈ। ਫਾਈਲ ਇੱਕ ਯੂਨਿਟ ਹੈ ਜਿਹਦੇ ਵਿੱਚ ਅਸੀਂ ਡਾਟਾ ਸਟੋਰ ਕਰਦੇ ਆ ਅਤੇ ਫਾਈਲ ਨੇਮ ਵੀ ਉਸ ਨੂੰ ਦਿੰਦੇ ਹਾਂ। ਜਿਵੇਂ ਤੁਸੀਂ ਦੇਖੋ abc.doc xyz.txt। ਸੋ ਦੋਨੇ ਫਾਈਲਾਂ ਨੇ, ਉਹਨਾਂ ਫਾਈਲਾਂ ਨੂੰ ਇੱਕ ਇਕੱਠਾ ਕਰ ਦਈਏ ਇੱਕ ਫੋਲਡਰ ਦੇ ਵਿੱਚ ਤਾਂ ਇੱਕ ਵੱਡਾ ਯੂਨਿਟ ਬਣ ਜਾਂਦਾ। ਸੋ ਫੋਲਡਰ ਦੇ ਵਿੱਚ ਅਸੀਂ ਇੱਕ ਹੀ ਪ੍ਰਕਾਰ ਦੀਆਂ ਫਾਈਲਾਂ ਨੂੰ ਆਮ ਤੌਰ 'ਤੇ ਰੱਖਦੇ ਹਾਂ। ਸੋ ਫੋਲਡਰ ਦਾ ਪਤਾ ਵੀ ਤੁਹਾਨੂੰ ਲੱਗ ਗਿਆ ਹੋਣਾ। ਇਨਫੋਰਮੇਸ਼ਨ ਕੀ ਚੀਜ਼ ਹੈ? ਡਾਟੇ ਨੂੰ ਇਨਫੋਰਮੇਸ਼ਨ ਦੇ ਵਿੱਚ ਬਦਲਣ ਲਈ ਅਸੀਂ ਕੰਪਿਊਟਰ ਦੀ ਵਰਤੋਂ, CPU ਦੀ ਵਰਤੋਂ ਕਰਦੇ ਹਾਂ, ਯਾਨੀ ਕਿ ਰਾ ਫੈਕਟਸ ਜਿਹੜੇ ਨੇ ਉਹਨਾਂ ਨੂੰ ਮੀਨਿੰਗਫੁਲ ਬਣਾਉਣਾ ਹੋਵੇ ਤਾਂ ਇਨਫੋਰਮੇਸ਼ਨ ਦੇ ਵਿੱਚ ਕਨਵਰਟ ਕਰਨਾ ਪੈਂਦਾ ਹੈ। ਸੀ ਸਾਡੇ ਕੋਲ ਆਪਸ਼ਨ ਹੈ ਯੂਟਿਲਿਟੀ ਸੌਫਟਵੇਅਰ। ਤੁਸੀਂ ਦੇਖਦੇ ਹੋ ਕਿ ਸੌਫਟਵੇਅਰ ਦੋ ਤਰ੍ਹਾਂ ਦੇ ਨੇ, ਸਿਸਟਮ ਸੌਫਟਵੇਅਰ, ਐਪਲੀਕੇਸ਼ਨ ਸੌਫਟਵੇਅਰ। ਅੱਗੇ ਸਿਸਟਮ ਸੌਫਟਵੇਅਰ ਜਿਹੜੇ ਨੇ ਉਹ 3 ਤਰ੍ਹਾਂ ਦੇ ਨੇ, ਓਪਰੇਟਿੰਗ ਸਿਸਟਮ, ਯੂਟਿਲਿਟੀ ਅਤੇ ਡਿਵਾਈਸ ਡਰਾਈਵਰ। ਯੂਟਿਲਿਟੀ ਦੇ ਵਿੱਚ ਸਾਡੇ ਕੋਲ ਐਂਟੀਵਾਇਰਸ ਆ ਜਾਂਦਾ, ਹੋਰ ਵੀ ਪ੍ਰੋਗਰਾਮ ਆ ਜਾਂਦੇ ਨੇ। ਸੋ ਯੂਟਿਲਿਟੀ ਸੌਫਟਵੇਅਰ ਸਿਸਟਮ ਸੌਫਟਵੇਅਰਾਂ ਦੀ ਇੱਕ ਕਿਸਮ ਹੁੰਦੀ ਹੈ। ਸੋ ਚੱਲਦੇ ਆ ਅੱਗੇ ਆਖਰੀ ਕੁਐਸਚਨ ਵੱਲ, ਯਾਨੀ ਕਿ 10ਵੇਂ ਕੁਐਸਚਨ ਵੱਲ। ਸਵਾਲ ਹੈ ਸਾਡੇ ਕੋਲ, ਦਾ ਫਸਟ ਪ੍ਰੋਗਰਾਮ ਟੂ ਰਨ ਔਨ ਆ ਕੰਪਿਊਟਰ ਵੈਨ ਦਾ ਕੰਪਿਊਟਰ ਬੂਟਸ ਅਪ। ਜਦੋਂ ਕੰਪਿਊਟਰ ਨੂੰ ਚਾਲੂ ਕੀਤਾ ਜਾਂਦਾ, ਦੇਖੋ ਇਹ ਕੰਪਿਊਟਰ ਦਾ CPU ਹੈ, ਕੰਪਿਊਟਰ ਦਾ ਪਾਵਰ ਸਵਿਚ ਜਦੋਂ ਅਸੀਂ ਔਨ ਕਰਦੇ ਹਾਂ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ, ਕੰਪਿਊਟਰ ਦੇ ਵਿੱਚ ਕੀ ਵਰਤਾਰਾ ਵਾਪਰਦਾ, ਇਹਦੀ ਬਲੌਕ ਡਾਇਗਰਾਮ ਵੀ ਤੁਸੀਂ ਸਮਝ ਸਕਦੇ ਹੋ। ਇਹ ਸਾਡੇ ਕੋਲ ਇਨਪੁਟ ਯੂਨਿਟ ਹੈ, ਇਹ CPU ਹੈ, ਇਹ ਆਊਟਪੁੱਟ ਯੂਨਿਟ ਹੈ। ਇੱਥੇ ਸਾਡੇ ਕੋਲ ਸਟੋਰੇਜ ਯੂਨਿਟ ਹੈ। ਸੋ ਸਟੋਰੇਜ ਯੂਨਿਟ ਨੂੰ 2 ਤੀਰ ਲਗਾਉਣੇ ਨੇ, ਉੱਪਰ ਵੀ ਥੱਲੇ ਵੀ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਇੱਥੇ ਜਿਹੜੀ ਰੋਮ ਹੁੰਦੀ ਹੈ,
CPU ਦੇ ਵਿੱਚ ROM ਦੇ ਵਿੱਚ ਇੱਕ ਬੂਟਸਟ੍ਰੈਪ ਲੋਡਰ ਨਾਂ ਦਾ ਪ੍ਰੋਗਰਾਮ ਹੁੰਦਾ ਜਿਹਨੂੰ ਅਸੀਂ ਫਰਮਵੇਅਰ ਕਹਿੰਦੇ ਆ। ਜਿਹੜਾ ROM ਦਾ ਸੌਫਟਵੇਅਰ ਹੈ ਉਹਨੂੰ ਫਰਮਵੇਅਰ ਕਹਿੰਦੇ ਆ। ਇਹ ਜਿਹੜਾ ROM ਦਾ ਸੌਫਟਵੇਅਰ ਹੈ ਇਹ ਇੱਥੋਂ ਰਿਕੁਐਸਟ ਭੇਜਦਾ ਹਾਰਡ ਡਿਸਕ ਨੂੰ। ਹਾਰਡ ਡਿਸਕ ਦੇ ਵਿੱਚ ਜਿਹੜੀਆਂ ਵਿੰਡੋਜ਼ ਦੀਆਂ ਫਾਈਲਾਂ ਪਈਆਂ ਨੇ ਉਹਨੂੰ 1 ਬਾਏ 1 ਉਹ RAM ਦੇ ਉੱਤੇ ਲੈ ਕੇ ਆਉਂਦਾ, RAM ਦੇ ਉੱਤੇ। ਸੋ ਜਦੋਂ RAM ਦੇ ਉੱਤੇ ਲੋਡ ਹੋ ਜਾਂਦੀਆਂ ਨੇ ਤਾਂ ਕੰਪਿਊਟਰ ਸਾਡਾ ਚੱਲਣ ਲੱਗ ਜਾਂਦਾ, ਸਕਰੀਨ ਦੇ ਉੱਤੇ ਕੁਝ ਦਿਖਣਾ ਸ਼ੁਰੂ ਕਰ ਦਿੰਦਾ, ਡੈਸਕਟਾਪ ਨਜ਼ਰ ਆਉਣ ਲੱਗ ਜਾਂਦੀ ਹੈ। ਸੋ ਸਵਾਲ ਇਹਦੇ ਨਾਲ ਸੰਬੰਧਿਤ ਹੀ ਹੈ ਕਿ ਪਹਿਲਾ ਪ੍ਰੋਗਰਾਮ ਜਿਹੜਾ ਕੰਪਿਊਟਰ ਦੇ ਉੱਤੇ ਚੱਲਦਾ ਉਸ ਨੂੰ ਅਸੀਂ ਆਪਰੇਟਿੰਗ ਸਿਸਟਮ ਕਹਿੰਦੇ ਆ। ਜ਼ਿਆਦਾਤਰ ਅਸੀਂ ਜਿਹੜੇ ਆਪਰੇਟਿੰਗ ਸਿਸਟਮ ਵਰਤਦੇ ਹਾਂ ਆਪਣੇ ਕੰਪਿਊਟਰਾਂ ਦੇ ਵਿੱਚ ਉਹ ਹੁੰਦਾ ਹੈ ਵਿੰਡੋਜ਼, ਔਰ ਮੋਬਾਈਲ ਫੋਨਾਂ ਦੇ ਵਿੱਚ ਅਸੀਂ ਐਂਡਰੋਇਡ ਵਰਤਦੇ ਹਾਂ। ਸੋ ਯਾਦ ਰੱਖਣਾ ਹੈ ਆਪਰੇਟਿੰਗ ਸਿਸਟਮ ਪਹਿਲਾ ਸੌਫਟਵੇਅਰ ਹੈ ਜਿਹੜਾ ROM ਸ਼ੁਰੂ ਕਰਦਾ। ROM ਦੇ ਵਿਚਲਾ ਪ੍ਰੋਗਰਾਮ ਆਪਰੇਟਿੰਗ ਸਿਸਟਮ ਨੂੰ ਚੱਕ ਕੇ RAM ਦੇ ਉੱਤੇ ਚੜ੍ਹਾ ਦਿੰਦਾ ਅਤੇ ਸਾਡਾ ਕੰਪਿਊਟਰ ਸਟਾਰਟ ਹੋ ਜਾਂਦਾ। ਐਪਲੀਕੇਸ਼ਨ ਸੌਫਟਵੇਅਰ ਤਾਂ ਐਪਸ ਨੇ ਜਿਹੜੀਆਂ ਕਿ ਵਿੰਡੋਜ਼ ਦੇ ਰਨ ਹੋਣ ਤੋਂ ਬਾਅਦ ਚਲਦੀਆਂ ਨੇ। ਵਿੰਡੋਜ਼ ਨੂੰ ਚਲਾਉਣ ਤੋਂ ਬਿਨਾਂ, ਵਿੰਡੋ ਦੀ ਫਾਈਲਾਂ ਨੂੰ RAM ਦੇ ਉੱਤੇ ਲੋਡ ਕਰਨ ਤੋਂ ਬਿਨਾਂ ਤੁਸੀਂ ਕੋਈ ਵੀ ਐਪ ਜਿਹੜੀ ਹੈ MS ਵਰਡ ਹੈ, ਐਕਸਲ ਹੈ, ਪੇਂਟ ਹੈ, ਉਹ ਅਸੀਂ ਨਹੀਂ ਚਲਾ ਸਕਦੇ। ਕੰਪਾਈਲਰ ਦਾ ਅਸੀਂ ਪਿਛਲੇ ਸਵਾਲ ਦੇ ਵਿੱਚ ਵੀ ਜਵਾਬ ਲਿਆ ਸੀਗਾ, ਯਾਨੀ ਕਿ ਹਾਈ ਲੈਵਲ ਲੈਂਗੁਏਜ ਨੂੰ ਲੋ ਲੈਵਲ ਲੈਂਗੁਏਜ ਦੇ ਵਿੱਚ ਪੂਰੇ ਦੇ ਪੂਰੇ ਕੰਪਲੀਟ ਕੋਡ ਨੂੰ ਕਨਵਰਟ ਕਰਨ ਦੇ ਲਈ ਕੰਪਾਈਲਰ ਦੀ ਵਰਤੋਂ ਕੀਤੀ ਜਾਂਦੀ ਹੈ। ਬਹਰਹਾਲ ਸਮਾਂ ਹੋ ਗਿਆ ਤੁਹਾਡੇ ਤੋਂ ਸਵਾਲ ਪੁੱਛਣ ਦਾ। ਸਵਾਲ ਹੈ ਕੋਈ 2 ਆਪਰੇਟਿੰਗ ਸਿਸਟਮਸ ਦੇ ਨਾਮ ਦੱਸੋ। ਬਹੁਤ ਸਾਰੇ ਆਪਰੇਟਿੰਗ ਸਿਸਟਮ ਜਿਨ੍ਹਾਂ ਦਾ ਤੁਸੀਂ ਨਾਮ ਹੁਣ ਤੱਕ ਸੁਣਿਆ ਹੋਣਾ, ਮੋਬਾਈਲ ਦੇ ਨੇ, ਕੰਪਿਊਟਰ ਦੇ ਨੇ, ਉਹਨਾਂ ਦੇ ਜਵਾਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇਣਾ ਨਾ ਭੁੱਲਣਾ। ਦੋਸਤੋ ਅੱਜ ਦੀ ਇਹ ਵੀਡੀਓ ਜਿਹੜਾ ਕਿ ਪਾਰਟ ਨੰਬਰ 6 ਸੀਗਾ, ਤੁਹਾਨੂੰ ਕਿਵੇਂ ਲੱਗੀ? ਚੰਗੀ ਲੱਗੀ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਕਿਹੜਾ ਸਵਾਲ ਤੁਹਾਡੇ ਲਈ ਬਹੁਤ ਇੰਟਰਸਟਿੰਗ ਸੀਗਾ ਔਰ ਕਿਹੜਾ ਸਵਾਲ ਵੱਧ ਲਾਹੇਵੰਦ ਰਿਹਾ। ਤੁਸੀਂ ਜਾਣਦੇ ਹੋ ਕਿ ਇਹਨਾਂ ਸਿਰਫ 10 ਸਵਾਲਾਂ ਦੇ ਰਾਹੀਂ ਅਸੀਂ ਘੱਟੋ ਘੱਟ 50 ਸਵਾਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। 10 ਸਵਾਲਾਂ ਦੀਆਂ ਅੱਗੇ 5 ਆਪਸ਼ਨ ਨੇ ਅਤੇ ਉਹਨਾਂ 5 ਆਪਸ਼ਨ ਨੂੰ ਅਸੀਂ ਨਾਲ ਵਿਸਥਾਰ ਦੇ ਵਿੱਚ ਸਮਝਿਆ, ਉਹਦੇ ਨਾਲ ਸੰਬੰਧਿਤ ਹੋਰ ਵੀ ਟੌਪਿਕ ਸਮਝੇ ਨੇ। ਸੋ ਵੱਧ ਤੋਂ ਵੱਧ ਵਿਦਿਆਰਥੀ ਚੈਨਲ ਦੇ ਨਾਲ ਜੋੜਨ ਦੇ ਲਈ CTech ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰਵਾਓ ਅਤੇ ਇਹਦੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਸਕੇ। ਮੈਨੂੰ ਦਿਓ ਇਜਾਜ਼ਤ, ਧੰਨਵਾਦ।